ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ ਬਾਦਸ਼ਾਹ, ਤੂੰ ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ ਦਾਤਿਆ, ਤੂੰ ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ ਦਾਤਿਆ, ਤੂੰ ਮੁਖੜਾ ਨਾ ਮੋੜੀ, ਮੁਖੜਾ ਨਾ ਮੋੜੀ ਦਾਤਿਆ, ਤੂੰ ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ ਦਾਤਿਆ, ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜਨ ਵੇ ਵਾਹਿਗੁਰੂ, ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜਨ ਵੇ ਵਾਹਿਗੁਰੂ, ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਵਾਹਿਗੁਰੂ, ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ ਮੋੜ ਲਵੇ ਵਾਹਿਗੁਰੂ, ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਵਾਹਿਗੁਰੂ, ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ ਮੁਖੜਾ ਨਾ ਮੋੜੀ। ਚਰਨੀ ਲੱਗੇ ਆਦੀ ਤੋੜ ਨਿਵਾਦੀ ਪਾਤਸ਼ਾਹ, ਚਰਨੀ ਲੱਗੇ ਵਾਹਿਗੁਰੂ ਲੱਗੇ ਆਦੀ ਤੋੜ ਨਿਵਾਦਿਓ ਸਤਿਗੁਰ ਜੀ, ਚਰਨੀ ਲੱਗੇ ਚਾਨੀ ਲੱਗੇ ਆਂਦੀ ਤੋੜ ਨਵਾਦੀ ਦਾਤਿਆ, ਲਾੜ ਲੱਗੇ ਆਂਦੀ, ਲਾੜ ਲੱਗੇ ਆਂਦੀ ਤੋੜ ਨਵਾਦੀ ਦਾਤਿਆ, ਲਾੜ ਲੱਗੇ ਆਂਦੀ, ਚਰਨੀ ਲੱਗੇ ਆਦੀ ਤੋੜ ਨਿਵਾਜੀ ਦਾਤਿਆ, ਚਰਨੀ ਲੱਗੇ ਆਦੀ ਤੋੜ ਨਿਵਾਜੀ ਦਾਤਿਆ, ਚਰਨੀ ਲੱਗੇ ਆਦੀ ਤੋੜ ਨਿਵਾਦਿਓ ਸਤਿਗੁਰ ਜੀ, ਚਰਨੀ ਲੱਗੇ ਆਦੀ, ਚਰਨੀ ਲੱਗੇ ਆਦੀ ਤੋੜ ਨਿਵਾਦਿਓ ਸਤਿਗੁਰ ਜੀ, ਚਰਨੀ ਲੱਗੇ ਆਦੀ, ਚਰਨੀ ਲੱਗੇ ਆਂਦੀ ਤੋੜ ਨਵਾਦਿਓ ਜੀ, ਚਰਨੀ ਲੱਗੇ ਆਂਦੀ, ਨਵਾਦਿਓ ਸਤਿਗੁਰ ਜੀ, ਚਰਨੀ ਲੱਗੇ ਆਂਦੀ, ਚਰਨੀ ਲੱਗੇ ਆਦੀ ਤੋੜ ਨਿਵਾਜੀ ਦਾਤਿਆ, ਚਰਨੀ ਲੱਗੇ ਚਰਨੀ ਲੱਗੇ ਆਦੀ ਤੋੜ ਨਿਵਾਜੀ ਦਾਤਿਆ, ਚਰਨੀ ਲੱਗੇ ਆਦੀ ਤੋੜ ਨਿਵਾਦਿਓ ਸਤਿਗੁਰ ਜੀ, ਚਰਨੀ ਲੱਗੇ ਆਦੀ, ਚਰਨੀ ਲੱਗੇ ਆਦੀ ਤੋੜ ਨਿਵਾਦਿਓ ਸਤਿਗੁਰ ਜੀ, ਚਰਨੀ ਲੱਗੇ ਆਦੀ, ਨਵਾਦਿਓ ਦਾਤਾ ਜੀ, ਚਰਨੀ ਲੱਗੇ ਆਂਦੀ, ਸਗਲ ਦਵਾਰ ਕੋ ਛਾੜ ਕੇ ਗਏ ਦੁਹਾਰੋ, ਵਾਹੇ ਗਏ ਦੀ ਲਾਜ ਆਸ ਗੋਵਿੰਦ ਰਾਸ ਦੁਹਾਰੋ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਨਾਨਕ ਦਾਸ ਹੈ ਸੁਖ ਮੰਗੈ,
ਮੋਕੋ ਕਰ ਸੰਤਨ ਕੀ ਤੂਰੇ ਮੇਰੇ RAM ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ RAM ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ ਰਾਮ ਹਰਿ ਜਨ ਕੇ ਹੋ ਬਲ ਜਾਈ ਹੋ ਬਲ ਜਾਈ ਮੇਰੇ ਰਾਮ ਹਰਿ ਜਨ ਕੇ ਹੋ ਬਲ ਜਾਈ ਹੋ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ ਹਉ ਬਲ ਜਾਈ ਬਲ ਜਾਈ ਹੋ ਬਲ ਜਾਈ ਹੋ ਬਲ ਜਾਈ ਹੋ ਬਲ ਜਾਈ ਹਉ 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 ਬਲ ਜਾਈ RAM ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ RAM ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਮੇਰੇ ਰਾਮ ਹਰਿ ਜਨ ਕੈ ਹਉ ਬਲ ਜਾਈ ਹਉ ਬਲ ਜਾਈ ਰਾਮ ਹਰਿ ਜਨ ਕੇ ਹੋ ਬਲ ਜਾਈ ਹੋ ਬਲ ਜਾਈ ਮੇਰੇ ਰਾਮ ਹਰਿ ਜਨ ਕੇ ਹੋ ਬਲ ਜਾਈ ਹੋ ਬਲ ਜਾਈ ਪਾਗ ਠੰਡੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸੇ ਇਹ ਹਾਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰਿ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰਟ ਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾਂ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਿਨੰਤੀ ਤੇਰੇ ਜਨ ਦੇਖਣ ਪਾਵਾਂ ਹੋ ਜਾਨੀ ਜਿੰਦੇ ਤੂੰ ਤਾਰੇਣ ਸਾਧੂਆਂ ਦੀ 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 ਤੂੰ ਤਾਰੇਣ ਸਾਧੂਆਂ ਦੀ ਰੇਣ 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 ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ
ਤੂੰ ਤਾਰੇਣ ਸਾਧੂਆਂ ਦੀ। ਇਹੋ ਜਾਨੀ ਜਿੰਦੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਬਾਕੀ ਪੂਰੇ। ਨਾਨਕ ਦਾਸੇ ਸੁਖ ਮੰਗੇ ਮੁਖ ਕਰ ਸੰਤਨ ਕੀ ਪੂਰੇ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਸੰਤਨ ਕੀ ਰੇਣ ਪਿਆਰੇ, हम संतन की शरणा संत हमारी ओट सतानी। संत हमारा गहना, हम संतन स्यों बन आई। पूर्व लिखिया पाई मन तेरा पाई। संतन स्यों मेरी लेवा देवी, संतन स्यों व्यवहारा, संतन स्यों हमला का खटिया। हर भगत भरे भंडारा, संतन मोह को कुंजी सौंपी तो उतरिया मन का दुखा। धर्म राय अब कहाँ करेगो, जो पाटियो सगलो लेखा। महानंद पै सुख पाया संतन के प्रसादे। कहु नानक हर स्यो मन मानिया, रंग रते बिस्मादे। तेरा बर्मा ने अंत ना पाया, मेहमाना तेरी वेद जान दे। बर्मा ने अंत ना पाया, मेहमाना तेरी वेद जान दे। ता पाया मेहमाना तेरी वेद जान दे। तेरा ब्रह्मा ने अंत ना पाया, ना तेरी वेद जान दे। तेरा बर्मा ने अंत ना पाया, अंत ना पाया। मेहमाना तेरी वेद जान दे। बर्मा ने अंत ना पाया, मेहमाना तेरी वेद जान दे। तेरा बर्मा ने अंत ना पाया, मेहमाना तेरी वेद जान दे। तेरा ब्रह्मा ने अंत ना पाया, मेहमाना तेरी वेद जान दे। महिमा तेरी ना वाहिगुरु
ਵੇਦ ਜਾਣਦੇ। ਮਹਿਮਾ ਤੇਰੀ ਨਾਮ ਵੇਦ ਜਾਣਦੇ। ਮਹਿਮਾ ਤੇਰੀ ਨਾਮ ਵੇਦ ਜਾਣਦੇ। ਹਾਂ ਮਹਿਮਾ ਤੇਰੀ ਨਾਮ ਵੇਦ ਜਾਣਦੇ। 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 ਤੇਰਾ ਬਰਮਾ ਨੇ ਅੰਤ ਨਾ ਪਾਇਆ। ਮਹਿਮਾ ਨਾ ਤੇਰੀ ਵੇਦ ਜਾਣਦੇ। ਬਰਮਾ ਨੇ ਅੰਤ ਨਾ ਪਾਇਆ। ਮਹਿਮਾ ਨਾ ਤੇਰੀ ਵੇਦ ਜਾਣਦੇ। ਤੇਰਾ ਬਰਮਾ ਨੇ ਅੰਤ ਨਾ ਪਾਇਆ। ਮਹਿਮਾ ਨਾ ਤੇਰੀ ਵੇਦ ਜਾਣਦੇ। ਤੇਰਾ ਬ੍ਰਹਮਾ ਨੇ ਅੰਤ ਨਾ ਪਾਇਆ। ਮਹਿਮਾ ਨਾ ਤੇਰੀ ਵੇਦ ਜਾਣਦੇ। ਮਾਨੇ ਅੰਤ ਨਾ ਪਾਇਆ। ਮਹਿਮਾ ਨਾ ਤੇਰੀ ਵੇਦ ਜਾਣਦੇ। ਤੇਰਾ ਮਹਿਮਾ ਨੇ ਅੰਤ ਨਾ ਪਾਇਆ। ਮਹਿਮਾ ਨਾ ਤੇਰੀ ਵੇਦ ਜਾਣਦੇ। ਮਹਿਮਾ ਨਾ ਜਾਣੈ ਵੇਦ ਬਰਮ ਨਹੀਂ ਜਾਣਿਆ। ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਵਨ ਬੇਅੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ 26ਵੇਂ ਦੀਵਾਨ ਦੀ ਹਾਜ਼ਰੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਮੁਨਖੜੇ ਵਾਲੇ ਪਹੁੰਚੇ ਨੇ। ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ, ਸਮੂਹ ਜਥੇ ਨੂੰ ਜੀ ਆਇਆਂ ਨੂੰ, ਜਿਨ੍ਹਾਂ ਨੇ ਆ ਕੇ ਗੁਰੂ ਮਹਾਰਾਜ ਜੀ ਦਾ ਜਸ ਸੰਗਤਾਂ ਨੂੰ ਸੁਣਾਉਣਾ ਹੈ। ਸੋ ਆਓ ਹੁਣ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ 9:30 ਵਜੇ ਤੱਕ ਸੰਗਤਾਂ ਨੂੰ ਕੀਰਤਨ ਸੁਣਾ ਕੇ ਸਮਾਪਤੀ ਕਰਨਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਪ੍ਰਸ਼ਾਦਾ ਪਾਣੀ ਛਕ ਕੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। श्री वाहिगुरु जी।
ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ। ਤੁਮਰੀ ਮਹਿਮਾ ਵਰਨ ਨ ਸਾਕੋ। ਤੁਮਰੀ ਮਹਿਮਾ ਵਰਨ ਨ ਸਾਕੋ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨ ਜਾਏ। ਸੋ ਕਰਤਾ ਕਾਦਰ ਕਰੀਮ, ਸੋ ਕਰਤਾ ਕਾਦਰ ਕਰੀਮ। ਦੇ ਜੀਆਂ ਰਿਜ਼ਕ ਸੰਭਾਹੇ, ਤੁਮਰੀ ਮਹਿਮਾ ਵਰਨ ਨ ਸਾਕੋ। ਤੂੰ ਠਾਕੁਰ ਊਚ ਭਗਵਾਨਾ, ਹਮ ਕਿਆ ਗੁਣ ਤੇਰੇ ਬਿਥ ਰਹਿ ਸੁਆਮੀ। ਤੂੰ ਅਪਰ ਅਪਾਰੋ ਰਾਮ ਰਾਜੇ, ਹਮ ਕਿਆ ਗੁਣ ਤੇਰੇ ਬਿਥ ਰਹਿ ਸੁਆਮੀ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਚੰਦ ਸੂਰਜ ਦੋਏ ਗੁਫੈ ਨ ਦੇਖਾ, ਸੁਪਨੇ ਸੋਨ ਨ ਥਾਓ। ਵੀ ਤੇਰੀ ਕੀਮਤ ਨਾ ਪਵੈ, ਵੀ ਤੇਰੀ ਕੀਮਤ ਨਾ ਪਵੈ। ਹੋਂ ਕੇ ਵਡਿਆ ਖਾਨਾ, ਸੱਚੇ ਖੰਡਾਂ ਤੇ ਬ੍ਰਹਮੰਡਾਂ ਦਿਆ ਮਾਲਕਾ। ਮੇਰੀ ਹੈ ਡੰਡੌਤ ਬੰਦਨਾ, ਖੰਡਾਂ ਤੇ ਬ੍ਰਹਮੰਡਾਂ ਦਿਆ ਮਾਲਕਾ। ਮੇਰੀ ਹੈ ਡੰਡੌਤ ਬੰਦਨਾ। ਤੇ ਬ੍ਰਹਮੰਡਾਂ ਦਿਆ ਮਾਲਕਾ। ਮੇਰੀ
ਮੇਰੀ ਹੈ ਡੰਡੌਤ ਬੰਦ ਖੰਡਾਂ ਤੇ ਬ੍ਰਹਮੰਡਾਂ ਦਿਆ ਮੇਰੀ ਹੈ ਡੰਡੌਤ ਬੰਦਨਾ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬ੍ਰਹਮੰਡਾ ਦਿਆ ਮਾਲਕਾ ਮੇਰੀ ਹੈ ਡੰਡੌਤ ਬੰਦ ਸੱਚੇ ਖੰਡਾਂ ਤੇ ਬ੍ਰਹਮੰਡਾ ਦਿਆ ਮਾਲਕਾ ਮੇਰੀ ਹੈ ਡੰਡੌਤ ਬੰਦਨਾ ਤੇਰਾ ਖੋ ਨਾਨਕ ਦੇ ਕਰ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ
ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀਓ, ਸਾਰੇ ਹੀ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਸਾਰੇ ਹੀ ਗੱਜ ਵੱਜ ਕੇ ਗੁਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਣੇ ਸਾਰਿਆਂ ਦੇ ਆਹੋ ਭਾਗ ਜਿਨ੍ਹਾਂ ਨੂੰ ਸਤਿਗੁਰਾਂ ਦੀ ਰਹਿਮਤ ਸਦਕਾ ਕੁਝ ਸਮਾਂ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਸਤ ਸੰਗਤ ਕਰਨ ਦਾ ਪ੍ਰਾਪਤ ਹੋਇਆ ਹੈ। ਭਾਵੇਂ ਕਾਰਨ ਬਣਿਆ ਹੈ ਸ਼੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਮਹਾਰਾਜ, ਉਹਨਾਂ ਮਹਾਂਪੁਰਖਾਂ ਦੀ ਸਾਲਾਨਾ ਯਾਦ ਔਰ ਸ਼੍ਰੀਮਾਨ ਸੰਤ ਬਾਬਾ ਬੰਤ ਸਿੰਘ ਜੀ ਮਹਾਂਪੁਰਖਾਂ ਦੀ ਸਾਲਾਨਾ ਯਾਦ, ਜੋ ਕਿ ਗੁਰਬਾਣੀ ਦਾ ਬਚਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਇਹ ਸਿੱਖਾਂ ਸੇਵਕਾਂ ਪ੍ਰੇਮੀਆਂ ਦਾ ਫਰਜ਼ ਹੁੰਦਾ ਹੈ ਆਪਣੇ ਗੁਰੂਆਂ ਦੇ, ਆਪਣੇ ਭਗਤਾਂ ਦੇ ਔਰ ਆਪਣੇ ਮਹਾਂਪੁਰਖਾਂ ਦੇ ਗੁਰਪੁਰਬ ਔਰ ਉਹਨਾਂ ਦੀਆਂ ਯਾਦਾਂ ਮਨਾਉਣੀਆਂ। ਕਿਉਂਕਿ ਸਿਆਣੇ ਕਹਿੰਦੇ ਹੁੰਦੇ ਨੇ, ਕਿਤੇ ਵਕਤ ਪੈਣ ਤੇ ਕੋਈ ਪਾਣੀ ਦਾ ਘੁੱਟ ਪਿਲਾ ਦੇਵੇ, ਉਹਦਾ ਵੀ ਆਸਾਨ ਨਹੀਂ ਭੁੱਲਣਾ ਚਾਹੀਦਾ। ਪਰ ਜਿਹੜੇ ਗੁਰੂਆਂ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਨਿਰਗੁਣ ਵਾਹਿਗੁਰੂ ਦਾ ਸਰਗੁਣ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੇ ਇਸ ਮਾਤ ਲੋਕ ਤੇ ਆ ਕੇ ਸਾਡੇ ਤੇ ਤਰਸ ਕੀਤਾ, ਰਹਿਮਤ ਕੀਤੀ। ਜਿਹੜਾ ਉਸ ਵੇਲੇ ਜਾਤ ਪਾਤ ਦਾ ਬੜਾ ਵਿਤਕਰਾ ਸੀ, ਊਚ ਨੀਚ ਦਾ ਬੜਾ ਵੱਡਾ ਵਿਤਕਰਾ ਸੀ, ਉਹਨੂੰ ਦੂਰ ਕਰਨ ਵਾਸਤੇ ਆਪਣੇ ਨਾਲ ਸਤਿਗੁਰਾਂ ਨੇ ਭਾਈ ਮਰਦਾਨਾ
ਉਸ ਵੇਲੇ ਦੀ ਜਿਹੜਾ ਇਹ ਜਾਤਾਂ ਦਾ ਸਿਸਟਮ ਚੱਲਦਾ ਸੀ, ਮਰਾਸੀ, ਸ਼ੂਦਰ, ਜਿਨ੍ਹਾਂ ਕਿ ਉਸ ਵੇਲੇ ਗ੍ਰੰਥਾਂ ਵਿੱਚ ਐਸਾ ਲਿਖਿਆ ਹੈ ਕਿ ਸ਼ੂਦਰ ਜਦੋਂ ਤੁਰਦਾ ਸੀ ਉਹਦੇ ਪਿੱਛੇ ਝਾੜੀ ਬੰਨ੍ਹੀ ਜਾਂਦੀ ਸੀ ਕਿ ਜਿਹੜੀ ਇਹਦੀ ਪੈੜ ਹੈ ਉਹ ਨਾਲ ਦੀ ਨਾਲ ਸਾਫ਼ ਹੁੰਦੀ ਜਾਏ। ਕੋਈ ਵੱਡਾ ਉੱਚ ਜਾਤ ਦਾ ਉਹਦੀ ਪੈੜ 'ਚ ਪੈੜ ਨਾ ਧਰੇ, ਤੇ ਜੇ ਕਿਤੇ ਹਵਾ ਚੱਲਦੀ ਹੈ ਤੇ ਸਾਹਮਣੇ ਕੋਈ ਉੱਚ ਜਾਤੀ ਦਾ ਆ ਰਿਹਾ ਹੈ, ਸ਼ੂਦਰ ਨੂੰ ਇਹ ਹੁਕਮ ਸੀ ਕਿ ਉਸ ਦੇ ਮੂਹਰ ਦੀ ਨਹੀਂ ਲੰਘਣਾ ਹੈ। ਕਿਤੇ ਉਹ ਹਵਾ ਸ਼ੂਦਰ ਦੇ ਨਾਲ ਛੂ ਕੇ ਅਪਵਿੱਤਰ ਹਵਾ ਉਸ ਉੱਚ ਜਾਤੀ ਵਾਲੇ ਬ੍ਰਾਹਮਣ ਆਦਿਕ ਦੇ ਉੱਪਰ ਨਾ ਪੈ ਜਾਏ। ਕਿਤੇ ਉਹ ਪਿੱਟਿਆ ਸਮਝਦਾ ਸੀ ਆਪਣੇ ਆਪ ਨੂੰ। ਦੇਖੋ ਐਸੇ ਉਸ ਵੇਲੇ ਦੇ ਮਰਿਆਦਾ ਕਾਨੂੰਨ ਬਣੇ ਹੋਏ ਸਨ। ਹੈਰਾਨ ਹੋ ਜਾਈਦਾ ਜਦੋਂ ਪੜ੍ਹਦੇ ਆ ਕਿ ਉਸ ਵੇਲੇ ਸ਼ੂਦਰਾਂ ਨੂੰ ਵਿਚਾਰਿਆਂ ਨੂੰ, ਜਿਵੇਂ ਅੱਜ ਆਪਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਹਾਂ, ਇਹ ਅਧਿਕਾਰ ਨਹੀਂ ਸੀ ਆਪਾਂ ਨੂੰ। ਉਹ ਤਾਂ ਐਸਾ ਲਿਖਿਆ ਕਿ ਜੇ ਕਿਤੇ ਸ਼ੂਦਰ ਕਿਤੇ ਵੇਦ ਬਾਣੀ ਰੱਬ ਦੀ ਗੱਲ ਕੰਨਾਂ ਨਾਲ ਸੁਣ ਲਵੇ, ਉਹਦੇ ਕੰਨਾਂ ਛਿੱਕਾ ਢਾਲ ਕੇ ਪਾ ਦਿਓ, ਕਿਤੇ ਮੁੜ ਕੇ ਫੇਰ ਨਾ ਸੁਣ ਲਵੇ। ਪੜਦਾ ਫਸ ਜਾਏ, ਉਹਦੀ ਜੀਭ ਵਿੱਚ ਮੇਖ ਠੋਕ ਦਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ। ਉਹ ਜਿਹਨੂੰ ਉਸ ਵੇਲੇ ਤ੍ਰਿਸ਼ਕਾਰਿਆ, ਨਿਰਾਦਰ ਕੀਤਾ ਜਾਂਦਾ ਸੀ, ਸਤਿਗੁਰਾਂ ਨੇ ਉਹ ਲੈ ਲਿਆ ਆਪਣੇ ਨਾਲ। ਤੇ ਦੂਸਰਾ ਭਾਈ ਮਰਦਾਨਾ ਜਿਹੜਾ ਕਿ ਵੈਸ ਸੱਜੇ ਤੇ ਖੱਬੇ ਪਾਸੇ ਬਿਠਾ ਲਏ, ਆਪ ਸਤਿਗੁਰੂ ਜੀ ਵਿਚਕਾਰ ਬੈਠ ਗਏ। ਪਰ ਜਿਹੜਾ ਸਭ ਤੋਂ ਉੱਚ ਜਾਤੀ ਵਾਲਾ ਸੀ ਉਹਨੂੰ ਨਹੀਂ ਨਾਲ ਲਿਆ ਸਤਿਗੁਰਾਂ ਨੇ। ਕਹਿੰਦੇ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਕਿੱਡਾ ਵੱਡਾ ਤਰਸ ਕੀਤਾ ਸਾਡੇ ਤੇ। ਸਾਨੂੰ ਸੋਚਣਾ ਚਾਹੀਦਾ ਹੈ ਕਿ ਅੱਜ ਅਸੀਂ ਆ ਜਿਹੜੇ ਸਾਰੇ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਆਨੰਦ ਮਾਣ ਰਹੇ ਹਾਂ, ਇਹ ਐਡਾ ਵੱਡਾ ਪਰਉਪਕਾਰ ਗੁਰੂਆਂ ਨੇ। ਫਿਰ ਆ ਜਿਹੜੀ ਗੁਰਬਾਣੀ ਜਿਹਨੂੰ ਸਤਿਗੁਰੂ ਕਹਿੰਦੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। जैसी मैं आवे खसम की बाणी, तैसड़ा करी ज्ञान वे लालो। आ दरगाह दी बाणी जिन्हों कोई चैलेंज नहीं कर सकता। इते को किंतु परंतु को कट वड नहीं कर सकता, क्योंकि किसी लेखक का लेख नहीं है। ये किसी प्रोफेसर दी विचार नहीं है, किसी कवि दी कविता नहीं है। ये तो धुर की बाणी आई, ये तो वाहो वाहो बाणी निरंकार है, तिस जेवड़ा वर्णक कोई। ये परोपकार गुरुआं ने साडे ते कीते। 10 गुरु साहिबाना ने
ਸਮੇਂ ਸਮੇਂ ਮੁਤਾਬਕ ਯੋਗਦਾਨ ਪਾਇਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ। ਇੱਕ ਬਾਟੇ ਦੇ ਵਿੱਚ ਅੰਮ੍ਰਿਤ ਤਿਆਰ ਕਰਕੇ, ਇੱਕ ਬਾਟੇ ਦੇ ਵਿੱਚ ਹੁਕਾ ਦੇ ਦਿੱਤਾ, ਆਓ ਸਾਰੇ ਪੀਵੋ ਪਹੁਲ ਖੰਡ ਧਾਰ, ਹੋਏ ਜਨਮ ਸੁਹੇਲਾ। ਜਿਹਨੇ ਜਨਮ ਸੁਹੇਲਾ ਕਰਨਾ ਹੈ, ਆਓ ਖੰਡੇ ਦਾ ਅੰਮ੍ਰਿਤ ਛਕੋ। ਸਾਰਿਆਂ ਨੂੰ ਇੱਕ ਬਾਟੇ ਦੇ ਵਿੱਚ। ਇਹ ਨਹੀਂ ਕੋਈ ਗਰੀਬਾਂ ਵਾਸਤੇ ਅਲੱਗ, ਅਮੀਰਾਂ ਵਾਸਤੇ ਅਲੱਗ। ਕਿੰਨੇ ਵੱਡੇ ਵੱਡੇ ਪਰਉਪਕਾਰ ਭਗਤਾਂ ਨੇ ਸਾਡੇ ਉੱਤੇ ਪਰਉਪਕਾਰ ਕੀਤੇ। ਫਿਰ ਮਹਾਂਪੁਰਖਾਂ ਨੇ, ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜੇ ਆ, ਉਹ ਮਹਾਂਪੁਰਖਾਂ ਨੇ ਪਹਿਲਾਂ ਆਪ ਗੁਰਮਤਿ ਗਾਡੀ ਰਾਹ ਤੇ ਚੱਲ ਕੇ ਆਪਣੇ ਵੱਡਿਆਂ ਦੇ ਬਚਨ ਕਮਾ ਕੇ, ਪਹਿਲਾਂ ਆਪ ਬਚਨ ਕਮਾਏ, ਆਪ ਉਸ ਰਾਹ ਤੇ ਚੱਲੇ। ਤੇ ਜਿਹੜੇ ਉਹ ਰਾਹ ਤੇ ਚੱਲੇ, ਕਿਉਂਕਿ ਜਿਹੜਾ ਦਿੱਲੀ ਪਹੁੰਚ ਗਿਆ ਜਾਂ ਦਿੱਲੀ ਨੂੰ ਜਾ ਰਿਹਾ ਹੈ, ਮੰਨ ਲਓ ਕਰਨਾਲ ਪਹੁੰਚ ਗਿਆ ਜਾਂ ਅੱਗੇ ਪਾਣੀਪਤ ਪਹੁੰਚ ਗਿਆ, ਪਰ ਜਿਹੜੇ ਰਸਤੇ 'ਚੋਂ ਗਿਆ ਉਸ ਰਸਤੇ ਦਾ ਤਾਂ ਉਸਨੂੰ ਪਤਾ ਹੈ ਨਾ। ਉਹ ਦੂਸਰਿਆਂ ਨੂੰ ਦੱਸ ਸਕਦਾ, ਭਾਈ ਦਿੱਲੀ ਨੂੰ ਆਉਣਾ ਤਾਂ ਆਹ ਰਸਤੇ ਆ ਜਾਓ, ਕਿਉਂਕਿ ਉਹ ਲੰਘ ਚੁੱਕਿਆ ਉਸ ਰਸਤੇ ਦੇ ਵਿੱਚੋਂ। ਮਹਾਂਪੁਰਖ ਇਹ ਗੁਰੂ ਨਾਨਕ ਦਾ ਜਿਹੜਾ ਗੁਰਮਤਿ ਗਾਡੀ ਰਾਹ, ਨਾਨਕ ਨਿਰਮਲ ਮਾਰਿਆ ਛਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ, ਬਿਲਕੁਲ ਨਿਰਮਲ, ਪਿਓਰ, ਉਜਲਾ, ਸੁਚੱਜਾ, ਜਿਸ 'ਚ ਬਿਲਕੁਲ ਕੋਈ ਭਰਮ ਭੁਲੇਖਾ ਵਿਅੰਗ ਟੇਢ ਬਿਲਕੁਲ ਨਹੀਂ ਹੈ। ਉਹ ਮਹਾਂਪੁਰਖ ਆਪਣੇ ਵੱਡਿਆਂ ਦੇ ਦਰਸਾਏ ਹੋਏ ਮਾਰਗ ਤੇ ਚੱਲੇ। ਉਹਨਾਂ ਮੰਜ਼ਿਲਾਂ ਨੂੰ ਤੈਅ ਕੀਤਾ ਤੇ ਫਿਰ ਅੱਗੇ ਸਾਡੇ ਵਰਗਿਆਂ ਨੂੰ ਉਹਨਾਂ ਨੇ ਪ੍ਰੇਰਨਾ ਕੀਤੀ। ਭਾਵੇਂ ਉਹ ਕਿਤੇ ਦੀਵਾਨ ਲਾਉਂਦੇ ਨੇ, ਕੀਰਤਨ ਕਰਦੇ ਨੇ, ਭਾਵੇਂ ਉਹ ਕਿਤੇ ਸੰਗਤ ਵਿੱਚ ਬਚਨ ਕਰਦੇ ਨੇ, ਫਿਰ ਉਹ ਕੀ ਕਹਿੰਦੇ ਨੇ, ਭਾਈ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾ ਰਹੇ ਨੇ ਕੀ ਸਮਝਾ ਰਹੇ ਨੇ ਕਿ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਕੈ, ਰਾਜੇ ਇੰਦਰ ਸ਼ਮਸ਼ਰ ਗ੍ਰਹਿ ਆਸਨ, ਹਰ ਕੀ ਭਗਤ ਬਿਨਾ ਕਹੋ ਕਿਹ ਲੇਖੈ, ਨਾ ਵਿਚਾਰਿਓ ਰਾਜਾ ਰਾਮ ਰਸ, ਜਿਹ ਰਸ ਅਨ ਰਸ ਵਿਸਰ ਜਾਹੀ। ਉਹ ਕਹਿੰਦੇ ਨੇ ਭਾਈ ਸਤਿਗੁਰੂ ਕੀ ਕਹਿ ਰਹੇ ਨੇ ਕਿ ਇਹ ਜਿਹੜਾ ਜਨਮ ਤੈਨੂੰ ਮਿਲਿਆ ਨਾ, ਮਨੁੱਖਾ ਜਨਮ ਦੁਰਲਭ, ਪਹਿਲਾਂ ਤੈਨੂੰ ਦੁਰਲਭ ਕਿਹਾ। ਕਬੀਰ ਮਾਨਸ ਜਨਮ ਦੁਰਲਭ ਹੈ,
ਹੋਏ ਨਾ ਬਾਰ ਜਿਉ ਬਨ ਫਲ ਪਾਕੇ ਭੁਏ ਗਿਰਹਿ ਬਹੁਰ ਨਾ ਲਾਗੈ ਡਾਰ। ਉਦਾਹਰਨਾਂ ਦਿੱਤੀਆਂ ਜੇ ਕਹਿੰਦੇ ਜਿਵੇਂ ਫਲ ਪੱਕ ਕੇ ਧਰਤੀ ਤੇ ਡਿੱਗ ਜਾਂਦਾ, ਮੁੜ ਕੇ ਨਹੀਂ ਲੱਗਦਾ ਹੈ। ਇਹ ਜਨਮ ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ ਬੜਾ ਦੁਰਲੱਭ ਹੈ। ਮਿਲਿਆ ਵੀ ਬਹੁਤ ਜੁਗਾਂ ਤੋਂ ਬਾਅਦ ਮਿਲਿਆ ਤੈਨੂੰ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਗੁਰੂ ਜੀ ਕਹਿੰਦੇ ਤੈਨੂੰ ਫਿਰਦੇ ਫਿਰਦੇ ਨੂੰ ਕੁੱਤੇ ਬਿੱਲੇ ਸੱਪ ਠੂਹੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਗੁਰੂ ਜੀ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਇਹਨੂੰ ਆਪਾਂ ਝੁਠਲਾ ਨਹੀਂ ਸਕਦੇ, ਆਪਾਂ ਇਹਨੂੰ ਆਪਾਂ ਕਾਟ ਆਫ ਨਹੀਂ ਕਰ ਸਕਦੇ। ਇਹ ਦਰਗਾਹੀ ਬਾਣੀ ਦਾ ਫੈਸਲਾ ਹੈ। ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਹਿੰਦੇ ਕਈ ਜਨਮ ਤੂੰ ਕੀੜਿਆਂ ਪਤੰਗਿਆਂ ਦੀਆਂ ਜੂਨੀਆਂ ਵਿੱਚ ਫਿਰਦਾ ਰਿਹਾ। ਕਈ ਜਨਮ ਗਜ ਮੀਨ ਕੁਰੰਗਾ, ਗਜ ਕਹਿੰਦੇ ਨੇ ਹਾਥੀ ਨੂੰ, ਮੀਨ ਕਹਿੰਦੇ ਨੇ ਮੱਛਲੀ ਨੂੰ। ਵੇਖ ਲੋ ਜੁਗਾਂ ਦੀ ਗੱਲ ਕੀਤੀ ਹੈ ਸਤਿਗੁਰੂ ਨੇ। ਕਹਿੰਦੇ ਤੈਨੂੰ ਫਿਰਦੇ ਫਿਰਦੇ ਨੂੰ ਕਿਤੇ ਤੇਰੇ ਪੁੰਨਾਂ ਦਾ ਫਲ ਇਹ ਤੈਨੂੰ ਜਨਮ ਮਿਲ ਗਿਆ, ਮਨੁੱਖਾ ਜਨਮ, ਦੁਰਲੱਭ ਜਨਮ, ਪੁੰਨ ਫਲ ਪਾਇਓ। ਕਿਤੇ ਪੁੰਨ ਕੀਤੇ ਉਹਨਾਂ ਦਾ ਫਲ ਤੈਨੂੰ ਇਹ ਜਨਮ ਮਿਲ ਗਿਆ। ਪਰ ਬਿਰਥਾ ਜਾਤ ਅਬਵੇਕੈ, ਅਬਵੇਕੈ ਅਣਜਾਣਪੁਣੇ ਚ, ਵਿਚਾਰੇ ਤੋਂ ਬਿਨਾਂ ਬੇਸਮਝੀ ਦੇ ਵਿੱਚ ਇਹ ਬਿਰਥਾ ਜਾ ਰਿਹਾ ਹੈ, ਵਿਅਰਥ ਜਾ ਰਿਹਾ ਹੈ। ਐਡਾ ਵੱਡਾ ਅਮੋਲਕ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਦੇਖ ਲੋ ਸਾਧ ਸੰਗਤ, ਵਿਚਾਰ ਕਰਨੀ ਪਊਗੀ। ਸਤਿਗੁਰੂ ਕਹਿੰਦੇ ਨੇ ਇਹ ਵਿਚਾਰ ਤੋਂ ਬਿਨਾਂ ਅਣਜਾਣਪੁਣੇ ਚ, ਬੇਸਮਝੀ ਦੇ ਵਿੱਚ ਜਿਹੜਾ ਇੱਕ ਇੱਕ ਸਵਾਸ ਐਡਾ ਅਮੋਲਕ ਹੈ, ਉਹਨੂੰ ਤੂੰ ਐਵੇਂ ਵਿਅਰਥ ਗਵਾ ਰਿਹਾ ਹੈ। ਐਸਾ ਬਚਨ ਮਹਾਪੁਰਖ ਇਹ ਆਪਾਂ ਨੂੰ ਇਸ ਤਰ੍ਹਾਂ ਗੁਰਬਾਣੀ ਦੇ ਰਾਹੀਂ, ਕਿਉਂਕਿ ਉਹਨਾਂ ਨੇ ਆਪਣੇ ਵੱਡਿਆਂ ਤੇ ਸਿੱਖਿਆ ਲਈ, ਫਿਰ ਸਾਨੂੰ ਉਹ ਐਸਾ ਉਪਦੇਸ਼, ਗੁਰਬਾਣੀ ਦਾ ਉਪਦੇਸ਼, ਉਹੀ ਦਾ ਜਨਮ ਅਮੋਲਕ ਤੇਰਾ, ਬਿਰਥਾ ਜਾਂਦੇ ਨਾਮ ਤੋਂ ਬਿਨਾ, ਜਨਮ ਅਮੋਲਕ ਤੇਰਾ, ਆ ਬਿਰਥਾ ਜਾਵੇ ਨਾਮ ਤੋਂ ਬਿਨਾ।
तेरा बिरथा जावे नाम तो बिना हीरा जन्म अमोलक तेरा बिरथा जावे नाम तो बिना ਜਨਮਯ ਮੋਲਕ ਤੇਰਾ ਬਿਰਥਾ ਜਾਵੇ ਨਾਮ ਤੋਂ ਹੀਰਾ ਜਨਮਯ ਮੋਲਕ ਤੇਰਾ ਓਏ ਕੌਡੀਆਂ ਦੇ ਪਾਵੇ ਜਨੈ ਪਿਆਰੇ ਕੌਡੀਆਂ ਦੇ ਜੀ ਕੌਡੀਆਂ ਦੇ ਜੀ ਪਾਵੇ ਕੌਡੀਆਂ ਦੇ ਜੀ ਪਾਵੇ ਕੌਡੀਆਂ ਦੇ ਜੀ ਪਾਵੇ ਜਨੇ ਬੰਦਿਆ ਕੌਡੀਆਂ ਦੇ ਜੀ ਪਾਵੇ ਜਨੇ ਕੌਡੀਆਂ ਦੇ ਜੀ ਪਾਵੇ ਕੌਡੀਆਂ ਦੇ ਜੀ ਪਾਵੇ ਕੌਡੀਆਂ ਦੇ ਜੀ ਪਾਵੇ ਜਨੇ ਮਨਾ ਕੌਡੀਆਂ ਦੇ ਜੀ ਪਾਵੇ ਜਨੇ ਪਾਵੇ ਜਨੇ ਕੌਡੀਆਂ ਦੇ ਜੀ ਕੌਡੀਆਂ ਦੇ ਜੀ ਪਾਵੇ ਕੌਡੀਆਂ ਦੇ ਜੀ ਪਾਵੇ ਤੇਰਾ ਜਨਮ ਅਮੋਲਕ ਤੇਰਾ ਓਏ ਅਮੋਲਕ ਤੇਰਾ ਬਿਰਥਾ ਜਾਵੇ ਨਾਮ ਤੋਂ ਤੇਰਾ ਜਨਮ ਅਮੋਲਕ ਤੇਰਾ ਬਿਰਥਾ ਜਾਵੇ ਨਾਮ ਤੋਂ ਬਿਨਾ मानस जन्म दुलंभ है हुए न बारे क्यों बन बन पाके हुए बहुर न लागे डर दुलभ जन्म पुण्य फल पायो बिरथा जात अब बेकै ਇਹ ਬਿਰਥਾ ਜਾ ਰਿਹਾ ਅਣਜਾਣਪੁਣੇ 'ਚ ਬੇਸਮਝੀ ਦੇ ਵਿੱਚ। ਅੱਗੇ ਕਹਿੰਦੇ ਨੇ ਰਾਜੇ ਇੰਦਰ
ਗ੍ਰਹਿ ਆਸਣ ਹਰ ਕੀ ਭਗਤ ਕਹੋ ਕਿਹ ਲੇਖੈ। ਕਿੱਡੀ ਵੱਡੀ ਉਦਾਹਰਨਾਂ ਦਿੱਤੀ ਆ, ਦੇਖ ਲਓ। ਸਾਰੇ ਦੇਵਤੇ 33 ਕਰੋੜ ਦੇਵਤਾ ਹੈ, ਉਹਨਾਂ ਦਾ ਸਾਰਿਆਂ ਦਾ ਮੁਖੀ ਇੰਦਰ, ਰਾਜਾ ਇੰਦਰ ਮੰਨਿਆ ਗਿਆ। ਸਵਰਗਾਂ ਦਾ ਜਿੰਨੇ ਵੀ ਸਵਰਗ ਰਾਜਾ ਹੈ ਉਹ ਕਹਿੰਦੇ ਰਾਜੇ ਇੰਦਰ ਸੰਸਰ ਗ੍ਰਹਿ ਆਸਣ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਗ੍ਰਹਿ ਸਵੈਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣਦਾ ਕਿਸ ਨਾਹੀ ਬਸੂਰੇ। ਸੋ ਪ੍ਰਭ ਚਿਤ ਨ ਆਵਈ ਬਿਸ਼ਟਾ ਕੇ ਕੀਰੇ। ਬਿਨ ਹਰ ਨਾਮ ਨ ਸ਼ਾਂਤ ਹੋਏ ਕਿਤ ਬਿਦ ਬਨ ਧੀਰੇ। ਕਹਿੰਦੇ ਭਾਵੇਂ ਏਡੇ ਵੱਡੇ ਮਹਿਲ ਮਾੜੀਆਂ, ਰਾਜੇ ਇੰਦਰ ਸ਼ਮਸਰ ਗ੍ਰਹਿ ਆਸਣ, ਐਡਾ ਵੱਡਾ ਸਵਰਗਾਂ ਦਾ ਰਾਜਾ ਇੰਦਰ, ਦੇਖ ਲਓ ਕਿੱਡਾ ਵੱਡਾ ਉਹਦਾ ਹਿਸਾਬ ਕਿਤਾਬ ਹੈ। ਪਰ ਹਰ ਕੀ ਭਗਤ ਕਹੋ ਕਿਹ ਲੇਖੈ। ਕਹਿੰਦੇ ਪਰ ਵਾਹਿਗੁਰੂ ਦੀ ਭਗਤੀ ਬਿਨਾ ਕਹੋ ਕਿਹ ਲੇਖੈ, ਕਿਸੇ ਲੇਖੇ ਚ ਨਹੀਂ। ਵਿਅਰਥ ਹੈ, ਸਾਰਾ ਕੁਝ ਜ਼ੀਰੋ ਹੈ। ਹਰ ਕੀ ਭਗਤ ਕਹੋ ਕਿਹ ਲੇਖੈ। ਇਹ ਫਿਰ ਮਹਾਂਪੁਰਖ ਜਿਨ੍ਹਾਂ ਦੀ ਡਿਊਟੀ, ਜਿਨ੍ਹਾਂ ਦੀ ਡਿਊਟੀ ਆ ਵਾਹਿਗੁਰੂ ਵੱਲੋਂ, ਜਿਹੜੇ ਆਪ ਜਪਦੇ ਨੇ ਤੇ ਫਿਰ ਉਹ ਸਾਡੇ ਵਰਗਿਆਂ ਤੋਂ ਜਪਾਉਂਦੇ ਨੇ। ਕਿਉਂਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਲਾਏ। ਇਹ ਕੰਮ ਤਾਂ ਉਹੀ ਕਰ ਸਕਦੇ ਨੇ, ਹੋਰ ਨਹੀਂ ਕੋਈ ਕਰ ਸਕਦਾ। ਜੀ ਦਾਨ, ਜੀ ਦਾਨ ਕੋਈ ਰਾਜਾ ਮਹਾਰਾਜਾ ਨਹੀਂ ਕਰ ਸਕਦਾ, ਕੋਈ ਅਫਸਰ ਨਹੀਂ ਕਰ ਸਕਦਾ, ਕੋਈ ਅਮੀਰ ਨਹੀਂ ਕਰ ਸਕਦਾ। ਕੋਈ ਗਾਇਕ, ਕੋਈ ਬਾਲੀਵੁੱਡ ਨਹੀਂ ਕਰ ਸਕਦਾ। ਜੀ ਦਾਨ ਦੇ ਭਗਤੀ ਲਾਇਨ, ਇਹ ਦਾਨ ਤਾਂ ਸੰਤਨ ਬਿਨਾ ਵਰਨਾ ਦਾਤਾ ਬੀਆ। ਜੋ ਜੋ ਸ਼ਰਨ ਪਰੈ ਸਾਧੂ ਕੀ, ਸੋ ਪਾਰ ਗ੍ਰਾਮੀ ਕੀਆ। ਇਦਾਂ ਜਿਵੇਂ ਕਹਿੰਦੇ ਨੇ ਜਿਸ ਕਾ ਕਾਮ ਉਸੀ ਕੋ ਸਾਜੇ। ਇਹ ਤਾਂ ਜੋੜਨ ਹਾਰੋ ਸੰਤ, ਨਾਨਕ ਪਾਦਰ ਪਾਦਰੋ। ਕਿਉਂਕਿ ਜੁੜਿਆ ਹੋਇਆ ਹੀ ਜੋੜ ਸਕਦਾ ਹੈ, ਜਿਹੜਾ ਆਪ ਹੀ ਨਹੀਂ ਜੁੜਿਆ ਉਹ ਕਿਵੇਂ ਜੋੜ ਦੇਗਾ ਕਿਸੇ ਨੂੰ। ਸੋ ਇਹ ਮਹਾਂਪੁਰਖਾਂ ਦੇ ਹਿੱਸੇ ਵਿੱਚ ਆਈ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਕਿਉਂਕਿ ਉਹਨਾਂ ਨੇ ਆਪਣੇ ਵੱਡਿਆਂ ਤੋਂ ਸਿੱਖਿਆ ਲੈ ਕੇ, ਆਪਣੇ ਵੱਡਿਆਂ ਦੇ ਬਚਨ ਕਮਾ ਕੇ, ਸ਼੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਮਹਾਰਾਜ ਜੀਆਂ ਨੇ ਆਪਣੇ ਵੱਡੇ ਪਰਮ ਪੂਜਿਆ ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਉਹਨਾਂ ਦੀ ਰਹਿਨੁਮਾਈ ਹੇਠ, ਉਹਨਾਂ ਦੀ ਸੰਗਤ ਕਰਕੇ ਦੇਖ ਲਓ ਕਿੱਡਾ ਉੱਚਾ ਸੁੱਚਾ ਜੀਵਨ ਬਣਾਇਆ। ਤੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦੇਖ ਲਓ ਸਾਰਾ ਕੁਝ, ਆਪਣਾ ਵੀ ਸਾਰਾ ਕੁਝ ਹੀ ਦੇਤਾ। ਤੈਨੂੰ ਤਾਂ ਕਹਿੰਦੇ ਲੋੜ ਹੀ ਨਹੀਂ। ਫਿਰ ਦੇਖ ਲਓ
ਸ਼੍ਰੀਮਾਨ ਸੰਤ ਬਾਬਾ ਬੰਤ ਸਿੰਘ ਮਹਾਂਪੁਰਖਾਂ ਨੇ ਫਿਰ ਉਹਨਾਂ ਤੋਂ ਭਰੋਸਾ ਹੋਏ ਸੰਤ ਬਾਬਾ ਨਾਹਰ ਸਿੰਘ ਮਹਾਰਾਜ, ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੀ ਚਰਨ ਸ਼ਰਨ ਵਿੱਚ ਰਹੇ। ਔਰ ਫਿਰ ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਬਾਬਾ ਰੱਬ ਜੀ ਕਹਿੰਦੇ ਹੁੰਦੇ ਸੀ, ਹੈ ਹੀ ਰੱਬ ਵਰਗੇ ਸੀ, ਹੈ ਹੀ ਰੱਬ ਸੀ। ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੀਆਂ ਖੁਸ਼ੀਆਂ ਲਈਆਂ। ਸਾਧ ਸੰਗਤ, ਉਹਨਾਂ ਦੀ ਸੰਗਤ ਸਤਿਕਾਰਯੋਗ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਂਪੁਰਖਾਂ ਨੇ ਕੀਤੀ। ਤੇ ਗੱਲ ਚੱਲੀ ਸੀ ਆਪਣੀ ਵੀ ਕੋਈ ਪਾਣੀ ਦਾ ਘੁੱਟ ਪਿਲਾ ਦੇ, ਉਹਦਾ ਵੀ ਆਸਾਨ ਨਹੀਂ ਭੁੱਲਣਾ ਚਾਹੀਦਾ। ਪਰ ਜਿਹੜੇ ਗੁਰੂਆਂ ਨੇ, ਮਹਾਂਪੁਰਖਾਂ ਨੇ ਸਾਡੇ ਤੇ ਏਡੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਆ ਸਾਨੂੰ ਰੁਲਦਿਆਂ ਫਿਰਦਿਆਂ ਨੂੰ ਸਤਿਗੁਰੂ ਕਹਿੰਦੇ ਨੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਇਹ ਹਾਲਤ ਸੀ ਸਾਡੀ ਪਹਿਲਾਂ। ਆ ਰੁਲਦਿਆਂ ਫਿਰਦਿਆਂ ਨੂੰ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜ ਦਿੱਤਾ, ਸਾਨੂੰ ਗੁਰਮਤਿ ਨਾਲ ਜੋੜ ਦਿੱਤਾ, ਸਾਨੂੰ ਸੇਵਾ ਨਾਲ ਜੋੜ ਦਿੱਤਾ, ਸਾਨੂੰ ਸਿਮਰਨ ਨਾਲ ਜੋੜ ਦਿੱਤਾ। ਸਾਧ ਸੰਗਤ, ਠੀਕ ਹੈ ਕਿਸੇ ਨੇ ਨਹੀਂ ਸੰਗਤ ਕੀਤੀ ਮਹਾਂਪੁਰਖਾਂ ਦੀ, ਉਹਨਾਂ ਨੂੰ ਨਹੀਂ ਕੁਝ ਪ੍ਰਾਪਤ ਹੋਇਆ, ਜੋ ਮਰਜ਼ੀ ਬੋਲੀ ਜਾਣ, ਬੋਲਦੇ ਨੇ ਬੋਲੀ ਜਾਣ, ਸਾਨੂੰ ਕੀ ਫਰਕ ਪੈਂਦਾ? ਠੀਕ ਹੈ, ਉਹਨਾਂ ਨੂੰ ਨਹੀਂ ਸੰਗਤ ਕੀਤੀ, ਉਹਨਾਂ ਨੂੰ ਪਤਾ ਹੀ ਨਹੀਂ। ਪਰ ਅਸੀਂ ਤਾਂ ਸੰਗਤ ਕੀਤੀ ਆ, ਸਾਨੂੰ ਤਾਂ ਉਹਨਾਂ ਦੀ ਸੰਗਤ ਵਿੱਚੋਂ ਬਹੁਤ ਕੁਝ ਮਿਲਿਆ ਹੈ। ਅਸੀਂ ਕਿਵੇਂ ਭੁਲਾ ਸਕਦੇ ਹਾਂ? ਅਸੀਂ ਕਿਵੇਂ ਕਹਿ ਸਕਦੇ ਹਾਂ? ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਕੀ ਕਹਿ ਰਹੇ ਨੇ? ਆਹਾ, ਐਡੀ ਭਾਵਨਾ, ਐਡੀ ਨਿਮਰਤਾ। ਗੁਰੂ ਸਾਹਿਬ ਕਹਿੰਦੇ, ਮੇਰੇ ਰਾਮ ਸਤਿਗੁਰੂ ਕਹਿ ਰਹੇ ਨੇ, ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ। ਮੈਂ ਤੇਰੇ ਜਨ ਨੇ ਜਿਹੜੇ ਤੇਰੇ ਪਿਆਰੇ ਨੇ, ਜਿਹੜੇ ਤੇਰੇ ਨਾਮ ਜਪਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ। ਫਿਰ ਅੱਗੇ ਕੀ ਕਹਿੰਦੇ ਨੇ? ਕੇਸਾਂ ਕਾਕਰ ਚਬਰ ਢੁਲਾਵਾ, ਚਰਨ ਧੂੜ ਮੁਖ ਲਾਈ। ਦੇਖ ਲਓ ਆਪਣੀ ਭਾਵਨਾ ਕਿੱਥੇ ਖੜੀ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਭਾਵਨਾ ਕਿੱਥੇ ਖੜੀ ਹੈ, ਔਰ ਸਾਨੂੰ ਉਹ ਉਪਦੇਸ਼ ਕਰ ਰਹੇ ਨੇ। ਆਪ ਇੱਕ ਮਾਡਲ ਰੂਪ ਹੋ ਕੇ, ਮਾਡਲ ਰੂਪ ਹੋ ਕੇ ਕਹਿੰਦੇ, ਕੇਸਾਂ ਕਾਕਰ ਚਬਰ ਢੁਲਾਵਾ। ਵਾਹਿਗੁਰੂ ਤੇਰੇ ਜਿਹੜੇ ਪਿਆਰੇ ਨੇ, ਸੰਤ ਜਨ ਨੇ, ਮੇਰੇ ਤੇ ਕਿਰਪਾ ਕਰ, ਮੈਂ ਉਹਨਾਂ ਦੇ ਆਪਣੇ ਕੇਸਾਂ ਦਾ ਚੌਰ ਢਲਾਵਾਂ, ਮੈਂ ਉਹਨਾਂ ਤੇ ਚਰਨ ਧੂੜ ਮੁਖ ਲਾਈ। ਉਹਨਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਮੁਖ ਨਾਲ, ਆਪਣੇ ਮਸਤਕ ਨਾਲ ਲਾਵਾਂ। ਕਿਹਨਾਂ ਦੀ? ਜਿਨ੍ਹਾਂ ਦਸੰਨੜਿਆਂ ਦੁਰਮਤ ਵੰਝੈ, ਮਿੱਤਰਾ ਸਾਡੜੇ ਸੇਈ, ਹਉ ਟੁੰਡੇਂਦੀ ਜਗ ਸਵਾਇਆ, ਜਨ ਨਾਨਕ ਬਿਰਲੇ ਕੇ। ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁਰਮਤ ਵੰਝੈ, ਦੁਰਮਤ ਖੋਟੀ ਮਤ ਖਤਮ ਹੋ ਜਾਏ। ਉਹ ਮਹਾਂਪੁਰਖਾਂ ਦੀ
ਸੰਗਤ ਕੀਤੀ ਸੰਤ ਬਾਬਾ ਬਲਜੀਤ ਸਿੰਘ ਮਹਾਂਪੁਰਖਾਂ ਨੇ, ਉਹਨਾਂ ਤੋਂ ਇਹ ਦਾਤਾਂ ਪ੍ਰਾਪਤ ਹੋਈਆਂ, ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਸੇਵਾ ਦੀ, ਸਿਮਰਨ ਦੀ, ਸਤ ਸੰਗਤ ਦੀ। ਗੁਰੂ ਕੇ ਲੜ ਲੱਗੇ, ਗੁਰਮਤਿ ਗਾਡੀ ਰਾਹ ਤੇ ਚੱਲੇ। ਐਡਾ ਵੱਡਾ ਜਿਨ੍ਹਾਂ ਤੋਂ ਦਾਨ ਮਿਲਿਆ ਹੋਵੇ, ਐਡਾ ਵੱਡਾ ਸਾਡੇ ਤੋਂ ਪਰਉਪਕਾਰ ਕੀਤਾ ਹੋਵੇ, ਅਸੀਂ ਕਿਵੇਂ ਭੁੱਲ ਸਕਦੇ ਹਾਂ? ਸਾਡਾ ਫਰਜ਼ ਹੈ ਬਾਣੀਆਂ, ਕਹਾਣੀਆਂ ਪੁੱਤ ਸੁਪੁੱਤ ਕਰੇਣ। ਇਹ ਤਾਂ ਸੁਪੁੱਤਰਾਂ ਦਾ ਕੰਮ ਹੁੰਦਾ, ਪੁੱਤਰਾਂ ਦਾ ਕੰਮ ਹੁੰਦਾ। ਕਪੁੱਤਰ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਉਹ ਤਾਂ ਮਾੜੀ ਮੋਟੀ ਜਿਹੜੀ ਉਹਨਾਂ ਦੇ ਵਿਚਾਰਿਆਂ ਦੀ ਕਰੀ ਹੁੰਦੀ ਆ, ਉਹ ਵੀ ਮਿੱਟੀ 'ਚ ਮਿਲਾ ਦਿੰਦੇ ਨੇ। ਪਰ ਜਿਹੜੇ ਪੁੱਤਰ ਹੁੰਦੇ ਨੇ, ਸੁਪੁੱਤਰ ਹੁੰਦੇ ਨੇ, ਉਹਨਾਂ ਦਾ ਇੱਕ ਫਰਜ਼ ਹੁੰਦਾ। ਸੋ ਮਹਾਂਪੁਰਖ ਸੰਤ ਬਾਬਾ ਬਲਜੀਤ ਸਿੰਘ ਜੀਆਂ ਨੇ ਆਪਣੇ ਵੱਡਿਆਂ ਦੀ ਯਾਦ ਵਿੱਚ ਇਹ 1 ਜੁਲਾਈ ਤੋਂ ਸਮਾਗਮ ਸ਼ੁਰੂ ਹੈ। ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਨਿਰੰਤਰ ਚੱਲ ਰਹੀ ਹੈ ਤੇ ਸੇਵਾ ਕਰਨ ਵਾਲੀ ਸੰਗਤ ਸੇਵਾ ਕਰਕੇ, ਦਾਨ ਪੁੰਨ ਕਰਕੇ, ਸਤ ਸੰਗਤ ਕਰਕੇ ਲਾਹਾ ਲੈ ਰਹੀ ਹੈ। ਗੁਰੂ ਸਾਹਿਬ ਕਹਿੰਦੇ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਹ ਉਹਨੂੰ ਪਾਉਂਦੀ ਹੈ ਆਪਣੇ ਪਿਆਰਿਆਂ ਦੀ, ਕਿਉਂਕਿ ਇਹਦੇ ਵਿੱਚ ਵਡਿਆਈ ਉਸੇ ਦੀ ਹੈ। ਜੇ ਆਪਾਂ ਪੁੱਤਰ ਦੀ ਵਡਿਆਈ ਕਰਾਂਗੇ ਤਾਂ ਪਿਓ ਦੀ ਤਾਂ ਹੋਣੀ ਹੋ ਨਾ। ਪੁੱਤਰ ਪਿਓ ਦੀ ਬਦੌਲਤ ਇਹ ਹੈ ਨਾ, ਪੁੱਤਰ ਪਿਓ ਦੀ ਬਦੌਲਤ ਹੈ। ਜਦੋਂ ਪੁੱਤਰ ਦੀ ਵਡਿਆਈ ਕਰਦੇ ਹਾਂ ਤਾਂ ਪਿਓ ਦੀ ਤਾਂ ਹੁੰਦੀ ਹੈ ਨਾ। ਸੋ ਇਸ ਕਰਕੇ ਲਾਹਾ ਲੈਣ ਵਾਲੀ ਸੰਗਤ ਲਾਹਾ ਲੈ ਰਹੀ ਹੈ। ਸੋ ਇਹੀ ਭਾਵੇਂ ਉਹ ਸਰੀਰ ਛੱਡ ਕੇ ਚਲੇ ਵੀ ਗਏ, ਪਰ ਅੱਜ ਵੀ ਉਹ ਭਲਾ ਕਰ ਰਹੇ ਨੇ। ਆਪਾਂ ਉਹਨਾਂ ਦੀ ਯਾਦ ਵਿੱਚ ਫਿਰ ਉਹੀ ਗੱਲ ਵੀ ਲਾਹਾ ਲੈਣ ਵਾਲੇ ਲਾਹਾ ਲੈ ਰਹੇ ਨੇ। ਹੁਣ ਵੀ ਆਪਾਂ ਉਹਨਾਂ ਦੀ ਯਾਦ ਭਾਵੇਂ ਉਹਨਾਂ ਦੀ ਹੈ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੇ ਹਾਂ, ਗੁਰਬਾਣੀ ਨਾਲ ਜੁੜੇ ਹੋਏ ਹਾਂ, ਗੁਰਬਾਣੀ ਦੀ ਵਿਚਾਰ ਆਪਾਂ ਕਰ ਰਹੇ ਹਾਂ, ਸਤ ਸੰਗਤ ਕਰ ਰਹੇ ਹਾਂ। ਸੋ ਇਹ ਸਾਡੇ ਉਹ ਭਾਗ ਨੇ, ਸਾਡੇ ਚੰਗੇ ਭਾਗ ਨੇ। ਸੋ ਕਾਰਨ ਮਹਾਂਪੁਰਖਾਂ ਦੀ ਬਰਸੀ ਤੇ ਆਨੰਦ ਆਪਾਂ ਲੈ ਰਹੇ ਹਾਂ। ਸੋ ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਚੱਲ ਰਿਹਾ। ਅੱਜ ਸਾਨੂੰ ਹੁਕਮ ਹੋਇਆ ਸੀ, ਸਤਿਕਾਰਯੋਗ ਸੰਤ ਬਾਬਾ ਬੰਤ ਸਿੰਘ ਜੀ ਮਹਾਂਪੁਰਖ ਉਹ ਵੀ ਬੜਾ ਪਿਆਰ ਕਰਦੇ ਸਨ। ਭਾਵੇਂ ਇੱਥੇ ਜਥੇਦਾਰ ਬਾਬਾ ਸੁੱਚਾ ਸਿੰਘ ਜੀ, ਇਹਨਾਂ ਨੂੰ ਯਾਦ ਹੋਣਾ ਜਦੋਂ ਮਹਾਂਪੁਰਖ ਇੱਥੇ ਆਏ ਸੀ ਤਾਂ ਇਹ ਨਾਲ ਗਏ ਸੀ ਉੱਥੇ ਮੂੰਡ ਖੇੜੇ, ਸਾਨੂੰ ਦਰਸ਼ਨ ਦਿੱਤੇ ਉੱਥੇ ਜਾ ਕੇ ਤੇ ਬੜੀਆਂ ਵਿਚਾਰਾਂ ਵੀ ਹੋਈਆਂ, ਬੜੇ ਪਿਆਰ ਦੇ ਬਚਨ ਵੀ ਹੋਏ, ਕੋਈ ਵਿਚਾਰ ਵਟਾਂਦਰਾ ਵੀ ਹੋਇਆ। ਉਸ ਵੇਲੇ ਤੋਂ ਬੜਾ ਪਿਆਰ ਕਰਦੇ ਸਨ। ਸੋ ਹੁਣ ਸੰਤ ਬਾਬਾ ਬਲਜੀਤ ਸਿੰਘ ਜੀ ਇਹ ਵੀ ਮਹਾਂਪੁਰਖ ਪਿਆਰ ਕਰਦੇ ਨੇ। ਸੋ ਇਹਨਾਂ ਦੇ ਪਿਆਰ ਸਦਕਾ ਆਪਾਂ ਸਾਰਿਆਂ ਨੇ ਆਨੰਦ ਮਾਣਿਆ ਗੁਰੂ ਚਰਨਾਂ 'ਚ, ਮਹਾਂਪੁਰਖਾਂ ਦੀ ਯਾਦ ਵਿੱਚ। ਸੋ ਆਓ ਭੁੱਲਾਂ ਚੁੱਕਾਂ ਦੀ ਖਿਮਾ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਹੁਕਮ ਹੋਇਆ ਸੀ 9:30 ਵਜੇ ਦਾ, ਭਾਵੇਂ 5 ਮਿੰਟ ਤੋਂ ਉੱਪਰ ਹੀ ਹੋ ਗਏ। ਸੋ ਮਾਫੀ ਚਾਹੁੰਦੇ ਆ। ਆਓ ਹੁਣ ਆਪਾਂ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ, ਫਿਰ ਅਰਦਾਸ ਵਿੱਚ ਜੁੜਨਾ। ਚੱਲਦੇ ਗੁਰਬਾਣੀ ਦੇ ਪ੍ਰਭਾਵ ਵਿੱਚ ਹੁਕਮਨਾਮਾ ਸਾਹਿਬ ਸਰਵਣ ਕਰਕੇ ਫਿਰ ਲੋੜ ਮੁਤਾਬਕ ਗੁਰੂ ਕੇ ਲੰਗਰ ਜਲ ਪਾਣੀ ਛਕ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ
ਮਾਤਾ ਦਰਤ ਮਹੱਤ ਰਾਤ ਦੁਇ ਜਾਈ ਜਾਇਆ ਖੇਲੇ ਸਗਲ ਜਗਤ ਪੁਨਿਆਇਆ ਵਾਜੈ ਧਰਮ ਹਦੂਰ ਕਰਮੀ ਆਪਿਆ ਬਣੀ ਇਹ ਨੇੜੇ ਤੇ ਦੂਰ ਨਾਮ ਤੇ ਆਇਆ ਗਏ ਸਤਿ ਕਾਲ ਨਾਨਕ ਨੇ ਮੁਖ ਲੂਲੇ ਕੀਤੀ ਛੁਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ ਅਰਦਾਸ ਤੇਰੀ ਰਾਸ ਤੂੰ ਆਪ ਤੁਮਰੀ ਕਿਰਪਾ ਹੈ ਸੁਖ ਰਖੇ ਕੋਈ ਨਾ ਜਾਣੈ ਭਗਵੰਤ ਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਣੇ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਵਾਹਿਗੁਰੂ 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 ਸਾਹਿਬ ਜੀਓ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਡਿਠੇ ਸਭ ਤੁਕ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਘਰ ਨੌ ਨਿਦਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸ਼ਾ ਪਾਤਸ਼ਾਹਾਂ ਦੀ ਜਗਦੀ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ
ਬਖਸ਼ਣਾ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਮਹਾਰਾਜ ਜੀਓ, ਪ੍ਰਵਾਨ ਕਰਨੀ ਜੀ ਆਪ ਜੀਆਂ ਦੇ ਦਰੋਂ ਘਰੋਂ ਬਰਸਾਏ ਹੋਏ ਪਰਮ ਪੂਜਨੀਕ 111 ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਉਹਨਾਂ ਦੇ ਚਰਨ ਸੇਵਕ 108 ਸ਼੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਮਹਾਰਾਜ ਜੀਆਂ ਦੀ ਸਾਲਾਨਾ 35ਵੀਂ ਵਰਸੀ ਅਤੇ ਉਹਨਾਂ ਦੇ ਚਰਨ ਸੇਵਕ ਸ਼੍ਰੀਮਾਨ ਸੰਤ ਬਾਬਾ ਬੰਤ ਸਿੰਘ ਜੀ ਖੇੜੀ ਗੌੜੀਆਂ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ 14ਵੀਂ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀਆਂ ਦੇ ਤਪ ਸਥਾਨ ਗੁਰਦੁਆਰਾ ਕਿਰਪਾਲਪੁਰਾ ਸਾਹਿਬ ਵਿਖੇ 1 ਜੁਲਾਈ ਤੋਂ ਲੈ ਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ ਜੀ। ਆਪ ਜੀਆਂ ਨੇ ਮਹਾਨ ਕਿਰਪਾ ਕੀਤੀ। ਰੋਜ਼ਾਨਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਤਰਸ ਕਰਕੇ ਸਤਸੰਗ ਦੀਆਂ ਘੜੀਆਂ ਪ੍ਰਾਪਤ ਕੀਤੀਆਂ, ਜਿਸ ਵਿੱਚ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਤਰੁੱਟੀਆਂ, ਅੱਖਰ ਵਾਧਾ ਘਾਟਾ ਹੋ ਜਾਂਦਾ ਜੀ। ਆਪ ਬਖਸ਼ੰਦ ਪਿਤਾ ਹੋ, ਬਖਸ਼ ਲੈਣਾ ਜੀ। ਅੱਗੋਂ ਵਾਸਤੇ ਸ਼ੁੱਧ ਗੁਰਬਾਣੀ, ਸ਼ੁੱਧ ਕੀਰਤਨ ਕਰਨ ਦੀ ਸਮੱਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਦਾ ਉੱਚ ਭਾਵ ਸਾਡੇ ਸਮੂਹ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾ ਕਰਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ। ਦਿਵਸ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ, ਰਾਤਰੀ ਆਈ ਹੈ ਆਪਣੇ ਭਾਣੇ ਦੇ ਅੰਦਰ ਬਤੀਤ ਕਰਾਉਣੀ। ਨਗਰ ਇਲਾਕੇ ਵਿੱਚ ਸੁੱਖ ਸ਼ਾਂਤੀ ਰੱਖਣੀ, ਆਪਣੇ ਅਸਥਾਨਾਂ ਦੀ ਚੜ੍ਹਦੀ ਕਲਾ ਕਰਨੀ, ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਦੇ ਸੱਚੇ ਪਾਤਸ਼ਾਹ ਜੀ ਉਹ ਬਲ ਉਦਮ ਬਖਸ਼ਿਸ਼ ਕਰਨੇ। ਹੋਰ ਜੋ ਮਾਈ ਭਾਈ ਬੱਚੇ ਤਿਲ ਫੁੱਲ ਲੈ ਕੇ ਹਾਜ਼ਰ ਹੋਏ ਨੇ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਚੱਲੇ ਹੋਏ ਕਾਦਮ ਲੇਖੇ ਲਾਉਣੇ, ਸਭ ਦੀਆਂ ਮਨੋਕਾਮਨਾ ਪੂਰਨ ਕਰਨੀਆਂ। ਸਭ ਦੇ ਕਾਰਜ ਰਾਸ ਕਰਨੇ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਕੇ ਸੁੱਖਾਂ ਦੇ ਪ੍ਰਵੇਸ਼ ਕਰਨੇ। ਸਮੂਹ ਸੰਗਤ ਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੀ ਦਾਤ ਬਖਸ਼ਣੀ ਜੀ। ਕਰੋ ਕਿਰਪਾ, ਚੱਲਦੇ ਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਗੁਰੂ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਪਵਿੱਤਰ ਨਾਮ ਚਿਤ ਆਵੈ। ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਚੱਲ ਰਹੇ ਲੜੀਵਾਰ ਸਮਾਗਮ ਦੇ ਵਿੱਚ ਅੱਜ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਮੂੰਡਖੜੇ ਵਾਲਿਆਂ ਨੇ 26ਵੇਂ ਦੀਵਾਨ ਦੇ ਵਿੱਚ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਸੁਣਾ ਕੇ ਗੁਰੂ ਮਹਾਰਾਜ ਜੀ ਦੀ ਮਹਿਮਾ ਬਾਰੇ ਜਾਣਨਾ ਕਰਵਾਇਆ। ਸੋ ਮਹਾਂਪੁਰਸ਼ਾਂ ਦਾ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਵੱਲੋਂ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਜਿਨ੍ਹਾਂ ਨੇ ਅਸਥਾਨ ਤੇ ਪਹੁੰਚ ਕੇ ਗੁਰੂ ਮਹਾਰਾਜ ਜੀਆਂ ਦੇ
ਗੁਰਬਾਣੀ ਦਾ ਇਤਿਹਾਸ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। ਸੋ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀਆਂ ਨੂੰ ਬੇਨਤੀ ਹੈ ਕਿ ਉਹ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਤੋਂ ਗੁਰੂ ਘਰ ਦੀ ਸਰੋਪੇ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਜੀ। ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਬੋਲੇ ਸੋ ਨਿਹਾਲ। ਸੋ ਮਹਾਂਪੁਰਸ਼ਾਂ ਦਾ ਇੱਕ ਵਾਰੀ ਫੇਰ ਅਸਥਾਨ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਇਸੇ ਤਰ੍ਹਾਂ ਲੜੀ ਮੁਤਾਬਕ ਕੱਲ ਨੂੰ ਫੇਰ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਟਿੱਬੇ ਵਾਲੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਸਾਰੀਆਂ ਸਿੱਖ ਸੰਗਤਾਂ ਨੇ ਇਸੇ ਤਰ੍ਹਾਂ ਸਮੇਂ ਤੇ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਨੇ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੋ ਚੱਲ ਰਹੇ ਸਮਾਗਮ ਦੇ ਲਾਹੇ ਸਮੇਂ ਤੇ ਪਹੁੰਚ ਕੇ ਲੈ ਰਹੇ ਨੇ। ਹੁਣ ਗੁਰੂ ਮਹਾਰਾਜ ਜੀਆਂ ਦਾ ਪ੍ਰਸ਼ਾਦ ਗੁਰੂ ਕੇ ਲੰਗਰ ਤਿਆਰ ਨੇ, ਲੋੜ ਮੁਤਾਬਕ ਛਕਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।